ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਪਿਛਲੇ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਅਸੀਂ ਗੱਲ ਕੀਤੀ ਕਿ ਜੋ ਸਾਡੇ ਕੋਲ ਨਾਨ ਕਨਵੈਨਸ਼ਨਲ ਮਸ਼ੀਨਿੰਗ ਪ੍ਰੋਸੈਸਿਸ ਹੋ ਸਕਦੀਆਂ ਨੇ, ਡਿਪੈਂਡਿੰਗ ਅਪੋਨ देयर टाइप ऑफ वर्किंग, ਅਸੀਂ ਉਹਨਾਂ ਨੂੰ 4 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਸੀ: ਮਕੈਨੀਕਲ ਬੇਸਡ, ਕੈਮੀਕਲ ਬੇਸਡ, ਇਲੈਕਟ੍ਰੋਕੈਮੀਕਲ ਬੇਸਡ ਐਂਡ ਥਰਮੋ ਇਲੈਕਟ੍ਰਿਕ ਬੇਸਡ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਫਸਟ ਵਨ, ਮਕੈਨੀਕਲ ਪ੍ਰੋਸੈਸ, ਜਿਹਦੇ ਵਿੱਚ ਆਉਂਦੀ ਹੈ ਸਾਡੇ ਕੋਲ ਅਲਟਰਾਸੋਨਿਕ ਮਸ਼ੀਨਿੰਗ, ਜਿਹਨੂੰ ਅਸੀਂ USM ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਸੋ ਆਓ ਸ਼ੁਰੂ ਕਰਦੇ ਹਾਂ ਵਿਦ ਇੰਟਰੋਡਕਸ਼ਨ। ਦ ਟਰਮ ਅਲਟਰਾਸੋਨਿਕ ਜਿਹੜੀ ਹੈ ਅਸੀਂ ਯੂਜ਼ ਕੀਤੀ ਹੈ ਇਸ ਜਗ੍ਹਾ 'ਤੇ ਕਿ ਜੋ ਸਾਡੇ ਕੋਲ ਇਸ ਮਸ਼ੀਨਿੰਗ ਦੇ ਵਿੱਚ ਕੰਮ ਹੋਣਾ ਹੈ ਉਹ ਹੋਊਗਾ ਵਾਈਬ੍ਰੇਸ਼ਨਸ ਦੇ ਥਰੂ, ਕਿ ਕੁਝ ਵਾਈਬ੍ਰੇਟਰੀ ਵੇਵਸ ਜਿਨ੍ਹਾਂ ਦੀ ਫ੍ਰੀਕੁਐਂਸੀ ਕਾफ़ੀ ਜ਼ਿਆਦਾ ਹਾਈ ਹੋਏਗੀ, ਈਵਨ ਕਿ ਜਿੰਨੀ ਸਾਡੀ ਸੁਣਨ ਦੀ ਸ਼ਮਤਾ ਹੈ ਉਸ ਫ੍ਰੀਕੁਐਂਸੀ ਨਾਲੋਂ ਵੀ ਇਸ ਦੀ ਫ੍ਰੀਕੁਐਂਸੀ ਜ਼ਿਆਦਾ ਹੋਏਗੀ, ਤਕਰੀਬਨ ਨੀਅਰ ਅਬਾਊਟ 16 ਕਿਲੋ ਹਰਟਜ਼ ਦੇ ਅਬਾਊਟ। ਸੋ ਤਾਂ ਇੱਕ ਡਿਵਾਈਸ ਅਸੀਂ ਯੂਜ਼ ਕਰਾਂਗੇ ਜੋ ਕੀ ਕਰੇਗਾ, ਕਿਸੇ ਵੀ ਟਾਈਪ ਦੀ એનર્ਜੀ ਨੂੰ ਅਲਟਰਾਸੋਨਿਕ ਵੇਵਸ ਦੀ ਫਾਰਮ ਦੇ ਵਿੱਚ ਬਦਲ ਦੇਵੇਗਾ। ਉਸ ਨੂੰ ਅਸੀਂ ਆਖਦੇ ਹਾਂ ਅਲਟਰਾਸੋਨਿਕ ਟਰਾਂਸਡਿਊਸਰ। ਸੋ ਇਹ ਟਰਾਂਸਡਿਊਸਰ ਕੀ ਕਰੇਗਾ, ਇਲੈਕਟ੍ਰੀਕਲ એનર્ਜੀ ਨੂੰ ਮਕੈਨੀਕਲ ਵਾਈਬ੍ਰੇਸ਼ਨ ਦੇ ਵਿੱਚ ਕਨਵਰਟ ਕਰ ਦੇਗਾ ਬਾਏ ਪੀਜ਼ੋ ਇਲੈਕਟ੍ਰਿਕ ਇਫੈਕਟ ਦੇ ਥਰੂ। ਤੋ ਜਿਹੜੀ ਕਿ ਆਪਾਂ ਨੈਚੁਰਲ ਜਾਂ ਸਿੰਥੈਟਿਕ ਕ੍ਰਿਸਟਲਸ ਦੇ ਥਰੂ ਇਹ ਚੀਜ਼ ਅਚੀਵ ਕਰਾਂਗੇ। ਨੈਕਸਟ ਅਸੀਂ ਇਸ ਡਾਇਗਰਾਮ ਦੇ ਵਿੱਚ ਦੇਖਾਂਗੇ। ਇਸ ਡਾਇਗਰਾਮ ਤੋਂ ਵੀ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਥੋੜ੍ਹਾ ਡਾਇਗਰਾਮ ਦੀ ਕੰਸਟਰਕਸ਼ਨ ਨੂੰ ਅਸੀਂ ਡਿਸਕ੍ਰਾਈਬ ਕਰ ਲਈਏ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ ਜੋ ਸਾਹਮਣੇ ਨਜ਼ਰ ਆ ਰਿਹਾ ਹੈ, ਇਸ ਦੇ ਵਿੱਚ ਸਾਡੇ ਕੋਲ ਇੱਕ ਮੈਗਨੀਟੋਸਟ੍ਰਿਕਟਿਵ ਮਟੀਰੀਅਲ ਦੀ ਇੱਕ ਕੋਰ ਬਣੀ ਹੋਈ ਹੈ, ਜਿਹੜੀ ਕਿ ਅਸੀਂ ਕਨੈਕਟਿੰਗ ਬਾਡੀ ਦੇ ਨਾਲ ਅਟੈਚ ਕੀਤੀ ਹੈ। ਇਸ ਦੇ ਉੱਤੇ ਸਾਡੇ ਕੋਲ ਕੁਝ ਕੁਆਇਲਡ ਫਾਰਮ ਦੇ ਵਿੱਚ ਕੁਝ ਵਾਇਰਿੰਗ ਜੋ ਹੈ ਉਹ ਕੀਤੀ ਹੋਈ ਹੈ, ਲੀਡਸ ਫਰੋਮ ਔਸੀਲੇਟਰ ਐਂਡ ਐਂਪਲੀਫਾਇਰ, ਜੋ ਕਿ ਸਾਡੇ ਕੋਲ ਔਸੀਲੇਟਰ ਤੇ ਐਂਪਲੀਫਾਇਰ ਤੋਂ ਐਂਪਲੀਫਾਈਡ ਫਾਰਮ ਦੇ ਵਿੱਚ ਹਾਇਰ ਫ੍ਰੀਕੁਐਂਸੀ ਨੂੰ ਅੱਗੇ ਟਰਾਂਸਫਰ ਕਰੇਗਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ ਨੀਚੇ ਕੀ ਹੈ, ਇੱਕ ਟੂਲ ਹੋਲਡਰ ਲੱਗਿਆ ਹੋਇਆ ਹੈ। ਟੂਲ ਹੋਲਡਰ ਦੇ ਨਾਲ ਨੀਚੇ ਸਾਡੇ ਕੋਲ ਇੱਕ ਟੂਲ ਅਟੈਚ ਹੈ। ਨੀਚੇ ਸਾਡੇ ਕੋਲ ਇੱਕ ਫਿਕਸਚਰ ਦੇ ਨਾਲ ਉੱਤੇ ਜੌਬ ਨੂੰ ਫਿਕਸ ਅਪ ਕੀਤਾ ਹੋਇਆ ਹੈ, ਔਰ ਇਹ ਸਾਰਾ ਸੈਟਅਪ ਅਸੀਂ ਇੱਕ ਕੰਟੇਨਰ ਦੇ ਵਿੱਚ ਲਿਆ ਹੈ, ਔਰ ਉਸ ਕੰਟੇਨਰ ਦੇ ਵਿੱਚ ਅਸੀਂ ਜੋ ਮਟੀਰੀਅਲ ਲਿਆ ਹੈ ਲਿਕੁਇਡ ਫਾਰਮ ਦੇ ਅੰਦਰ, ਉਸ ਨੂੰ ਅਸੀਂ ਐਬਰੈਸਿਵ ਸਲਰੀ ਕਿਹਾ ਹੈ। ਉਹ ਇਸ ਐਬਰੈਸਿਵ ਸਲਰੀ ਦਾ ਫੰਕਸ਼ਨ ਕੀ ਹੋਏਗਾ ਕਿ ਜਦੋਂ ਸਾਡੇ ਕੋਲ ਵਾਈਬ੍ਰੇਸ਼ਨਸ ਦੇ ਥਰੂ ਇਸ ਮਟੀਰੀਅਲ ਜੋ ਸਾਡਾ ਟੂਲ ਹੋਏਗਾ ਉਹ ਸਾਡੇ ਵਰਕਪੀਸ ਨੂੰ ਟੱਚ ਕਰੇਗਾ ਪਰਟੀਕੂਲਰ ਪਲੇਸ ਦੇ ਉੱਤੇ, ਤਾਂ ਉਸ ਟਾਈਮ ਉਸ ਦੇ ਵਾਰ-ਵਾਰ ਉਸ ਜਗ੍ਹਾ 'ਤੇ ਵਾਈਬ੍ਰੇਸ਼ਨਸ ਪ੍ਰੋਡਿਊਸ ਕਰਨ ਦੇ ਨਾਲ ਇੱਥੇ ਕਟਿੰਗ ਐਕਸ਼ਨ, ਇਰੋਸਿਵ ਐਕਸ਼ਨ ਸਟਾਰਟਅਪ ਹੋਏਗਾ। ਔਰ ਅਬਰੈਸਿਵ ਸਲਰੀ ਦੇ ਅੰਦਰ ਕੀ ਹੈ, ਛੋਟੇ ਛੋਟੇ ਪਾਰਟੀਕਲਸ ਹੋਣਗੇ ਸਾਡੇ ਕੋਲ ਜੋ ਉਸ ਦੇ ਲਿਕੁਇਡ ਮੀਡੀਅਮ ਦੇ ਨਾਲ ਅਟੈਚ ਹੈ ਕਿ ਇਸ ਜਗ੍ਹਾ ਦੇ ਉੱਤੇ ਕਟਿੰਗ ਐਕਸ਼ਨ ਦਾ ਕੰਮ ਕਰਨਗੇ। ਸੋ ਇਸ ਦੇ ਵਿੱਚੋਂ ਜੋ ਸਲਰੀ ਹੋਏਗੀ, ਜਦੋਂ ਕਟਿੰਗ ਐਕਸ਼ਨ ਇੱਥੇ ਹੋ ਰਿਹਾ ਹੋਏਗਾ ਉਸ ਟਾਈਮ ਇਹਦਾ ਟੈਂਪਰੇਚਰ ਜਿਹੜਾ ਹੈ ਕਾਫੀ ਵੱਧ ਚੁੱਕਿਆ ਹੋਏਗਾ। ਸੋ ਇਸ ਦਾ ਟੈਂਪਰੇਚਰ ਕੂਲ ਡਾਊਨ ਕਰਨ ਦੇ ਲਈ ਅਸੀਂ ਇੱਥੇ ਪੰਪ ਲਗਾਇਆ ਹੋਇਆ ਹੈ। ਇਹ ਪੰਪ ਕੀ ਕਰੇਗਾ, ਇਸ ਜਗ੍ਹਾ ਤੋਂ ਕੁਝ ਇਨਪੁਟ ਲੈ ਕੇ ਉਸ ਦਾ ਪ੍ਰੈਸ਼ਰ ਵਧਾ ਕੇ ਇੱਕ ਰੈਫਰੀਜਰੇਸ਼ਨ ਸਿਸਟਮ ਦੇ ਵਿੱਚੋਂ ਇਹਨੂੰ ਪਾਸ ਕਰਕੇ ਉਸ ਨੂੰ ਠੰਡਾ ਕਰਕੇ ਦੁਬਾਰਾ ਤੋਂ ਫਿਰ ਇਸ ਜਗ੍ਹਾ ਦੇ ਉੱਤੇ ਪ੍ਰੋਵਾਈਡ ਕਰ ਦੇਗਾ। ਸੋ ਉਮੀਦ ਹੈ ਕਿ ਤੁਸੀਂ ਡਾਇਗਰਾਮ ਸਮਝ ਗਏ ਹੋਵੋਗੇ। ਸੋ ਆਓ ਨੈਕਸਟ ਅਸੀਂ ਗੱਲ ਕਰਾਂਗੇ ਇਸ ਦੇ ਪ੍ਰਿੰਸੀਪਲ ਦੇ ਬਾਰੇ, ਕਿ ਜੋ ਸਾਡੇ ਕੋਲ ਇਹ ਅਲਟਰਾਸੋਨਿਕ ਮਸ਼ੀਨਿੰਗ ਪ੍ਰੋਸੈਸ ਹੈ ਇਸ ਦਾ ਪ੍ਰਿੰਸੀਪਲ ਕੀ ਹੈ। ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਇਟਸ ਅ ਕਾਈਂਡ ਆਫ ਗ੍ਰਾਈਂਡਿੰਗ ਮੈਥਡ, ਕਿ ਜਿਵੇਂ ਅਸੀਂ ਗ੍ਰਾਈਂਡਿੰਗ ਦਾ ਪ੍ਰੋਸੈਸ ਕਰਦੇ ਹਾਂ, ਗ੍ਰਾਈਂਡਿੰਗ ਮੈਥਡ ਦੇ ਬਿਲਕੁਲ ਸਿਮਿਲਰ ਪ੍ਰੋਸੈਸ ਹੈ ਇਹ। ਇਸ ਕੇਸ ਦੇ ਵਿੱਚ ਕੀ ਹੈ ਕਿ ਜੋ ਅਸੀਂ ਗੱਲ ਕੀਤੀ ਸੀ ਕਿ ਸਾਡੇ ਕੋਲ ਲਿਕੁਇਡ ਫਾਰਮ ਦੇ ਵਿੱਚ ਕੁਝ ਅਬਰੈਸਿਵ ਸਲਰੀ ਹੋਏਗੀ, ਉਸ ਨੂੰ ਅਸੀਂ ਪੰਪ ਅਪ ਕਰਾਂਗੇ ਇਨ ਬਿਟਵੀਨ ਦਾ ਟੂਲ ਐਂਡ ਵਰਕਪੀਸ। ਸੋ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਜੋ ਟੂਲ ਹੋਏਗਾ ਤਾਂ ਵਰਕਪੀਸ ਹੋਏਗਾ, ਉਸ ਦੇ ਇਨ ਬਿਟਵੀਨ ਜਦੋਂ ਸਲਰੀ ਨੂੰ ਪੁੱਟ ਆਊਟ ਕੀਤਾ ਜਾਊਗਾ ਤੇ ਉਸੇ ਟਾਈਮ ਹੀ ਸਾਡਾ ਜੋ ਟੂਲ ਹੋਏਗਾ ਉਹ ਹਾਈ ਫ੍ਰੀਕੁਐਂਸੀ ਤੇ ਲੋ ਐਂਪਲੀਟਿਊਡ ਦੇ ਉੱਤੇ ਔਸੀਲੇਟ ਕਰੇਗਾ। ਤਾਂ ਜਦੋਂ ਇਹ ਐਕਸ਼ਨ ਹੋਏਗਾ ਤਾਂ ਸਲਰੀ ਪਾਰਟੀਕਲ ਜਿਹੜੀ ਇਨ ਬਿਟਵੀਨ ਪ੍ਰੈਜ਼ੈਂਟ ਹੈ ਟੂਲ ਤੇ ਵਰਕਪੀਸ ਦੇ, ਉਹ ਕੀ ਕਰੇਗੀ, ਕੁਝ ਹਾਈ ਵੈਲੋਸਿਟੀ ਦੇ ਉੱਤੇ ਕਟਿੰਗ ਐਕਸ਼ਨ ਜੋ ਹੈ ਉਹ ਵਰਕਪੀਸ ਦੇ ਉੱਤੇ ਪ੍ਰੋਵਾਈਡ ਕਰੇਗੀ। ਨੈਕਸਟ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਜੋ ਇਸ ਜਗ੍ਹਾ ਤੇ ਅਸੀਂ ਅਬਰੈਸਿਵ ਪਾਰਟੀਕਲਸ ਪ੍ਰੋਵਾਈਡ ਕਰਨੇ ਨੇ ਇਸ ਦੇ ਅੰਦਰ, ਜਿਸ ਨੂੰ ਅਸੀਂ ਅਬਰੈਸਿਵ ਸਲਰੀ ਦੇ ਨਾਮ ਦੇ ਨਾਲ ਇੱਥੇ ਨੋਟ ਕੀਤਾ ਹੈ ਉਹ, ਐਂਡ ਉਸ ਦੇ ਨਾਲ ਹੀ ਜੋ ਅਸੀਂ ਇਸ ਦੇ ਅੰਦਰ ਵਾਈਬ੍ਰੇਸ਼ਨਸ ਪ੍ਰੋਡਿਊਸ ਕਰਨੀਆਂ ਨੇ ਉਹਨਾਂ ਦਾ ਐਂਪਲੀਟਿਊਡ ਜਾਂ ਉਹਨਾਂ ਦੀ ਫ੍ਰੀਕੁਐਂਸੀ ਕੀ ਹੋਏਗੀ। ਸੋ ਗੱਲ ਕਰ ਰਿਹਾ ਕਿ ਜੋ ਇਸ ਦੇ ਅੰਦਰ ਅਸੀਂ ਵਾਈਬ੍ਰੇਸ਼ਨਸ ਪ੍ਰੋਡਿਊਸ ਕਰਵਾਉਣੀਆਂ ਨੇ ਉਹਨਾਂ ਦੀ ਫ੍ਰੀਕੁਐਂਸੀ ਸਾਡੇ ਕੋਲ 20 ਤੋਂ ਲੈ ਕੇ 30 ਕਿਲੋ ਹਰਟਜ਼ ਦੀ ਹੋ ਸਕਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ
कि ये जो साडी हीयरिंग कैपेसिटी है वो अप टू है 16 किलो हर्ट्ज, उस तो ज़्यादा होएगी। सो इत्थे दिती हुई है साडे कोल 20 to 30 किलो हर्ट्ज, जिसका एंपलीट्यूड होएगा साडे कोल 0.01 तो लैके 0.06 mm तक हो सकता है। और इस दे नाल ही गल कर रहा है कि इस जो अब्रेसिव स्लरी है उसकी असी कंटिन्यूएशन जो सप्लाई देंदे रवांगे इन बिटवीन वर्कपीस एंड टूल, जो कि एक मिक्सचर होएगा अब्रेसिव ग्रेन्स का एंड वाटर का, जिहड़ा कि एक कन्फाइंड प्रपोर्शन का होएगा, जिहड़ा कि हो सकता है साडे कोल 20 to 30% मेरे कोल कुछ अब्रेसिव ग्रेन्स मिलाए होण 100% वाटर दे विच, और जिहड़ा कि असी फ्लो करवाउने हाँ इन बिटवीन द गैप, जिमें कि असी हुणी गल कीती सी टूल ते वर्क सरफेस दे विच। सो इसी तरीके दे नाल जो कंटीन्यूअस फॉर्म दे विच असी इस तरीके नाल सप्लाई करते रहांगे, वर्किंग साडी कंटीन्यूएशन फॉर्म दे विच आएगी रहेगी ते नाल दी नाल मटीरियल दी कटिंग होंदी रहेगी। नैक्सट असी गल करांगे इस दे प्रोसैस दे बारे कि जो अल्ट्रासोनिक मशीनिंग प्रोसैस है इसका वर्किंग किस तरह है। जिमें कि असी पहला भी डिस्कस किया कि जो ये अंदर इलैक्ट्रॉनिक ऑसीलेटर या एंपलीफायर है, जिन्हों असी जनरेटर भी किया है, वो कन्वर्ट कर देगा जो साडे कोल इलैक्ट्रिकल एनर्जी है जो कि लो फ्रिक्वेंसी ते है, उन्होंने हायर फ्रिक्वेंसी दे विच कन्वर्ट करके जो जिस दी वैल्यू साडे कोल जिवें असी पहला भी पढ़ी सी कि 20 किलो हर्ट्ज या उस तो ज़्यादा हो सकती है, ये उसनों ट्रांसड्यूसर नूं कन्वर्ट कर देगा। और ट्रांसड्यूसर की करता है कि एक पर्टिकुलर टाइप की एनर्जी नूं सैकेंड फॉर्म की एनर्जी दे विच कन्वर्ट कर देगा। सो इत्थे ट्रांसड्यूसर ने की करना कि जो इत्थे साडे कोल हायर फ्रिक्वेंसी आ रही है इलैक्ट्रिकल एनर्जी, उसनों कन्वर्ट करता उसने मकैनिकल फॉर्म दे विच, मकैनिकल वाइब्रेशनस दे विच, जो कि लॉन्गीट्यूडनल वाइब्रेटरी मोशन होएगा वो टूल दे विच प्रोवाइड करेगा। और इसका जो एंपलीट्यूड होएगा इस वाइब्रेटरी मोशन का वो सफिशिएंट होएगा कटिंग परपस के लिए, जो इस दे अंदर असी कटिंग करनी है उस दे लिए सफिशिएंट है। नाल ही गल कर रहे हैं जी कि जिहड़ा अब्रेसिव स्लरी इहदे विच असी प्रोवाइड करनी है वो वर्कपीस के टूल के इंटरफेस के इन बिटवीन असी प्रोवाइड करांगे। जिमें कि असी पहला भी गल की सी कि उसका टैंपरेचर काफ़ी वधण के चांसिस ने। सो इस दे लई असी उस जगह पर एक पंप भी अप्लाई किया है जो कि उसका प्रैशर वधा के सानू देगा, और नाल ही जो रेफ्रिजरेटिंग सिस्टम प्रोवाइड किया है उसका टैंपरेचर डाउन कर देगा। और कितना टैंपरेचर डाउन कर सकता है जी, फ्रॉम 5 to 6 डिग्री सेंटीग्रेड। नैक्सट वो कुछ नोट बना के अगे दे रहा है कि जो इस दे अंदर असी अब्रेसिव स्लरी यूज़ करनी है, उस दे अंदर जो अब्रेसिव ग्रेन्स असी यूज़ करने ने उन्हां दा जो साइज़ है वो साडे कोल 200 तो लैके 2000 ग्रिड साइज़ तक हो सकता है। इहदे अंदर जो कोर्स साइज़ है वो रफिंग वास्ते बहुत वधिया मन्निया गया है, जिथे कि साडे इस दे विपरीत जो फाइन ग्रेड है वो अपने कोल मान के चलो 2000 ग्रिड है, वो असी फिनिशिंग परपस के वास्ते यूज़ करते हैं। नैक्सट असी गल करांगे कुछ एडवांटेजिस एंड डिसएडवांटेजिस ऑफ अल्ट्रासोनिक मशीनिंग, कि साडे कोल इस दे कुछ एडवांटेज या डिसएडवांटेज की हो सकते हैं। कहता है जी एडवांटेजिस दे विच एक्सट्रीमली हार्ड जो मटीरियल्स ने, ब्रिटल मटीरियल्स ने, उन्होंने ईजली असी इस दे नाल मशीन कर सकते हैं। हाई एक्यूरेसी प्रोफाइल्स जनरेट कर सकते हैं जिहदी कि साडे कोल गुड सरफेस फिनिश भी होएगी और ईजीली उन्होंने ऑब्टेन किया जाएगा, कोई दिक्कत वाली गल नहीं है। जिहड़ा साडे कोल मशीनड वर्कपीस होएगा वो सारा ही सारा स्ट्रैसिस तो फ्री होएगा, और जो इसकी मैटर रिमूवल कॉस्ट होएगी वो भी बहुत ज़्यादा घट होएगी। एज इत्थे ने नाल ही देख रहे हैं कि हीट इज़ जनरेटेड इन द प्रोसैस, द फिजिकल प्रॉपर्टीज़ ऑफ द वर्कपीस रिमेन्स अनचेंज। कि जिमें सॉरी मैं थोड़ी जी गलती कर गया सी, इत्थे सी नो हीट इज़ जनरेटेड, जिमें कि असीं देख रहे हैं कि इस दे अंदर किसी तरह की कोई हीट जनरेट नहीं की जाती, ਤਾਂ ਇਹਦੇ ਵਿੱਚ कोई फिजिकल प्रॉपर्टीज़ ਜਿਹੜੀਆਂ वर्कपीस ਦੀਆਂ ਹੋਣਗੀਆਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ कोई चेंज नहीं आएगा। और जो साडा सारा ਦਾ सारा प्रोसैस है एक नॉइसलैस प्रोसैस है, और जो इस दे वास्ते असीं ऑपरेशन के लिए जिन्ने भी इक्विपमेंट्स यूज़ करने ने वो काफ़ी सेफ ने। ਇਹਦੇ ਨਾਲ ही उन्हें कुछ ये डिसएडवांटेजिस के बारे भी गल की है। कहता है कि इसका जो मटीरियल रिमूवल रेट है वो बहुत ज़्यादा घट है, और जो ये प्रोसैस है ये सूट नहीं करता जिथे साडे कोल हैवी मटीरियल रिमूवल होवे। मीन टू से कि ये सिर्फ इसका जो मटीरियल रिमूवल रेट है जिवें आपां पिछले स्टैप दे विच देखिया कि काफ़ी घट है, सो इसनूं असीं यूज़ नहीं कर सकते जिथे साडा हायर मटीरियल रिमूवल रेट होवे। और लास्ट गल कर रहा कि जो इसकी इनिशियल इक्विपमेंट कॉस्ट है वो काफ़ी ज़्यादा हाई है दैन द कन्वेंशनल मशीन टूल्स। अगले स्टैप के विच गल कर रहे हैं द टूल कॉस्ट इज़ आल्सो हाई, कि जिहड़ी असीं टूल यूज़ करते हैं वो कॉस्ट काफ़ी ज़्यादा हाई होंदी है। सॉफ्टवेयर मटीरियल आर डिफिकल्ट टू मशीन,
ਜਿਹੜੇ ਸੌਫਟਵੇਅਰ ਮਟੀਰੀਅਲਸ ਨੇ ਉਹਨਾਂ ਨੂੰ ਈਜ਼ੀਲੀ ਆਪਾਂ ਮਸ਼ੀਨ ਨਹੀਂ ਕਰ ਸਕਦੇ, ਉੱਥੇ ਥੋੜੀ ਜਿਹੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਔਰ ਇਸ ਦੀ ਜੋ ਪਾਵਰ ਕੰਜ਼ੰਪਸ਼ਨ ਹੈ ਉਹ ਵੀ ਬਹੁਤ ਜ਼ਿਆਦਾ ਹਾਈ ਹੈ। ਔਰ ਇਸ ਦੇ ਨਾਲ ਹੀ ਗੱਲ ਕਰ ਰਿਹਾ ਕਿ ਜਿਹੜਾ ਸਾਡਾ ਟੂਲ ਦਾ ਵੀਅਰ ਰੇਟ ਹੈ ਉਹ ਵੀ ਕਾफ़ੀ ਜ਼ਿਆਦਾ ਹਾਈ ਹੈ, ਔਰ ਜਿਹਦੇ ਕਰਕੇ ਸਾਡੇ ਕੋਲ ਇਨਐਕੂਰੇਸੀ ਆਉਣ ਦੇ ਚਾਂਸਿਸ ਮਸ਼ੀਨ ਕੰਪੋਨੈਂਟਸ ਦੇ ਵਿੱਚ ਚਾਂਸਿਸ ਜੋ ਹੈ ਵੱਧ ਜਾਂਦੇ ਨੇ। ਸੋ ਇਹਦੇ ਨਾਲ ਹੀ ਗੱਲ ਕਰ ਰਿਹਾ ਉਹ ਫॉर efficient accurate cutting action slurry is replaced periodically कि पीरियड टू पीरियड टाइम टू टाइम सानू अब्रेसिव स्लरी जो चेंज करनी पैंदी है, जो कि एक महंगा सौदा है। और सो नाल ही ਉਹਦੇ ਵਿੱਚ ਗੱਲ कर रहे अगले टॉपिक ਦੇ ਵਿੱਚ ਇਹਦੀਆਂ कुछ लिमिटेशंस ने। लिमिटेशंस की हो सकਦੀਆਂ ने टू मच टूल ਵੀਅਰ कि ਇਸ ਦੇ ਅੰਦਰ ਜਿਵੇਂ ਹੁਣੀ ਪਿੱਛੇ ਅਸੀਂ ਦੇਖ ਕੇ ਹਟੇ ਹਾਂ कि ਸਾਡੇ ਕੋਲ जो टूल ਵੀਅਰ है काफ़ी ज़्यादा हाई है, ਇਹਦੀ इनिशियल कॉस्ट बहुत ज़्यादा है। और इस दे अंदर जो असी किसी सपोज कोई किसी जॉब दे विच असी होल प्रोड्यूस करना है तो उस दे अंदर जो डेप्थ ऑफ होल्स होएगी, कैविटीज़ होएगी वर्कपीस की, वो साडे कोल लिमिटेड ही है। असी थ्रू आउट होल्स नहीं प्रोड्यूस कर सकते, लिमिटेड डेप्थ के ही होल्स असी प्रोड्यूस कर सकते हैं। नैक्सट टॉपिक दे विच गल कर रहे हैं कि इसदियां कुछ जो एप्लीकेशनस ने, प्रैक्टिकल एप्लीकेशनस ने, वो की हो सकदियां ने। कहंदा मेक एंड टूल डाई कि जो ਇਹਦਾ सब तो पहला एप्लीकेशन है कि असों किसी भी मशीन का टूल बनाना होवे या टूल की डाई बनानी होवे, स्पैशली वायर ड्राइंग एंड एक्सट्रूजन डाइज के लिए इसनों असीं इस्तेमाल करते हैं। इस तो इलावा मशीन ऑपरेशंस लाइक टर्निंग, थ्रेडिंग, ग्राइंडिंग एंड मिलिंग उत्थे असीं यूज़ करते हैं। इस तो इलावा जिन्ने साडे हार्ड ते ब्रिटल मटीरियल्स ने उन्होंने मशीन करने के लिए असीं यूज़ करते हैं। इहदे नाल ही राउंड होल्स जिथे प्रोड्यूस करने होण उत्थे असीं इसका इस्तेमाल करते हैं। या इस तो इलावा जिन्हां कटिंग टूल्स दे विच असीं कोई पर्टिकुलर शेप डिज़ाइन करनी होवे उहदा प्रोफाइल जनरेट करने के लिए इहदा एप्लीकेशन है। उस तो इलावा गल कर रहा ड्रिल फाइन होल्स ऑफ डिजायर्ड शेप इन टीथ रिलेटेड टू डेंटिस्ट्री वर्क्स कि जिन्ने भी साडे डेंटिस्ट ने नवे किसी दे दंद लवाउण जाने डेंटिस्ट कोल तो दंदां दे विच ओह होल्स प्रोड्यूस करने के लिए जो एक्यूरेट सानू वर्क चाहिए है वो भी असी इस दे नाल प्रोड्यूस कर सकते हैं। सो ये नाल ये टॉपिक साडा कंप्लीट है जी। सो वीडियो किस तरह का लग्या कमेंट करके जरूर दस्सिओ। थैंक यू वेरी मच।